ਹਿਰਦੈ ਨਿਤ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਓ। ਗੁਰੂ ਅਰਜਨ ਬਿਘਨਨ ਕੇ ਨਾਸ਼ਕ। ਬਿਘਨਨ ਕੇ ਨਾਸ਼ਕ। ਹਰਿ ਗੋਬਿੰਦ ਸ਼ੁਭ ਮਤ ਪ੍ਰਕਾਸ਼ਕ। ਸ੍ਰੀ ਹਰਿ ਰਾਏ ਨਮੋ ਕਰ ਜੋਰੀ। ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਵੋ ਬਹੋਰੇ। ਤੇਗ ਬਹਾਦਰ ਪਰਮ ਕਿਰਪਾਲਾ। ਵਾਹਿਗੁਰੂ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਤਰੁ ਧਰਾ ਪਗ ਪੁਨ ਪੁਨ ਸੀਸਾ। ਪਗ ਪੁਨ ਪੁਨ ਸੀਸਾ। ਬੰਦੋਂ ਜੀ ਬਾਰ ਬਾਰ ਜਗਦੀਸ਼ਾ। ਜਾ ਮੈਂ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ। ਬੰਦੋਹ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਜਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਦੋਨੋਂ ਨਗਰ ਬਿਖੈ ਪੁਨ ਜਾਈ। ਅਨਕ ਪ੍ਰਕਾਰਨ ਮਹਿਮਾ ਗਾਈ। ਹਿੰਦੂ ਤੁਰਕ ਹੁਤੇ ਸਭ ਜੇਈ। ਆਨ ਚਰਨ ਲਪਟਾਨੇ ਤੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਦਰ ਤੇ ਹਾਜ਼ਰ ਗੁਰੂ ਸਵਾਰੀ ਖਾਲਸਾ ਜੀ, ਆਪ ਜੀ ਵਡਭਾਗੇ ਹੋ ਜੋ 8ਵੇਂ ਪਾਤਸ਼ਾਹ ਬਾਲਾ ਪ੍ਰੀਤਮ ਸਤਿਗੁਰੂ ਜਿਸ ਡਿਠੈ ਸਭ ਦੁੱਖ ਜਾਏ। ਇਹਨਾਂ ਅਜਮਤਾਂ ਵਡਿਆਈਆਂ ਦੇ ਮਾਲਕ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਚਰਨ ਛੋਹ ਪ੍ਰਾਪਤ ਇਤਿਹਾਸਕ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ ਜੀ ਦੀ ਯਾਤਰਾ ਕਰਦੇ ਹਾਂ। ਜੁਗੋ ਜੁਗ ਅਟਲ ਛਤਰ ਚਵਰ ਤਖਤ ਦੇ ਮਾਲਕ ਧੰਨ 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 ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਹਜ਼ੂਰ ਮਨੁੱਖਾ ਜੀਵਨ ਦੀਆਂ ਘੜੀਆਂ ਨੂੰ ਸਫਲਾ ਕਰ ਰਹੇ ਹੋ। ਹੁਣ ਸਮਾਂ ਹੈ ਗੁਰੂ ਦਰਬਾਰ ਦੇ ਨਿਯਮ ਅਨੁਸਾਰ ਗੁਰੂ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਦਾ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੋ। ਰਸਨਾ ਪਵਿੱਤਰ ਕਰ ਦੇ ਇੱਕ ਵਾਰ
ਸਾਰੇ ਉਚਾਰਨ ਕਰੋ ਜੀ। ਸਤਨਾਮ ਵਾਹਿਗੁਰੂ ਜੀ। ਇਹ ਇਤਿਹਾਸ ਜਾਹਰ ਪੀਰ ਜਗਤ ਗੁਰੂ ਕੱਲ ਤਾਰਨ ਆਏ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਹੈ। ਪ੍ਰਸੰਗ ਹੈ, ਬਾਬਰ ਨੇ ਐਮਨਾਬਾਦ ਤੇ ਹਮਲਾ ਕੀਤਾ ਸੀ। ਪਠਾਨਾਂ ਦਾ ਉੱਥੇ ਰਾਜ ਸੀ ਜੋ ਖਤਮ ਹੋ ਗਿਆ। ਹੁਣ ਉੱਥੇ ਮੁਗਲਾਂ ਨੇ ਆਪਣੀ ਡੌਂਡੀ ਪਟਵਾਈ ਹੈ। ਬੜੇ ਸਾਰੇ ਪਠਾਨ ਮਰ ਚੁੱਕੇ ਸਨ, ਕੁਝ ਭੱਜ ਗਏ, ਜੋ ਬਾਕੀ ਸਨ ਉਹ ਬੰਦੀ ਬਣਾ ਲਏ ਗਏ। ਉੱਥੇ ਜਿਹੜੇ ਬੰਦੀ ਬਣਾਏ ਗਏ ਇਸਤਰੀਆਂ, ਪੁਰਖ, ਬੱਚੇ, ਉਹਨਾਂ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਵੀ ਸਨ। ਜਦੋਂ ਬਾਬਰ ਨੂੰ ਇਹ ਪਤਾ ਲੱਗਿਆ, ਉਸਨੇ ਆ ਕੇ ਮੱਥਾ ਵੀ ਟੇਕਿਆ, ਖਿਮਾ ਜਾਚਨਾ ਵੀ ਕੀਤੀ। ਉਸਨੇ ਗੁਰੂ ਜੀ ਕੋਲੋਂ ਪੀੜ੍ਹੀ ਦਰ ਪੀੜ੍ਹੀ, ਕੁਰਸੀ ਬਾ ਕੁਰਸੀ, ਰਾਜ ਭਾਗ ਵੀ ਮੰਗਿਆ। ਤਾਂ ਗੁਰੂ ਜੀ ਨੇ ਬਚਨ ਆਖੇ ਸਨ ਕਿ ਰਾਜੇ ਦਾ ਜਿਹੜਾ ਧਰਮ ਹੈ ਉਹ ਨਿਆਂ ਕਰਨਾ ਹੈ। ਬਾਬਰ, ਜਦੋਂ ਤੇਰੀ ਵੰਸ਼ ਵਿੱਚ ਨਿਆਂ ਖਤਮ ਹੋ ਜਾਏਗਾ, ਇਹ ਰਾਜ ਨਹੀਂ ਰਹੇਗਾ। ਵੇਖੋ, ਹਰ ਮਨੁੱਖ ਦੇ ਪਤਨ ਦਾ ਇੱਕ ਮੂਲ ਕਾਰਨ ਜਿਹੜਾ ਹੈ ਉਹ ਕੁਦਰਤ ਦੇ ਨਿਯਮਾਂ ਵਿੱਚ ਲਿਖਿਆ ਹੋਇਆ ਹੈ। ਜਦੋਂ ਕੋਈ ਮਨੁੱਖ ਆਪਣੇ ਆਚਰਣ ਤੋਂ, ਇਖਲਾਕ ਤੋਂ, ਆਪਣੇ ਬਚਨ ਤੋਂ, ਆਪਣੇ ਅਕੀਦੇ ਤੋਂ ਜਾਂ ਇਨਸਾਨੀਅਤ ਤੋਂ ਗਿਰ ਜਾਏਗਾ ਤੇ ਖਤਮ ਹੋ ਜਾਏਗਾ। ਇੱਕ ਯੂਨੀਵਰਸਲ ਟਰੂਥ ਹੈ। ਇਹ ਲੋੜ ਨਹੀਂ ਕਿ ਮੈਂ ਤੁਹਾਨੂੰ ਖਤਮ ਕਰਾਂ, ਤੁਸੀਂ ਮੈਨੂੰ ਖਤਮ ਕਰੋ। ਔਰ ਇਹਦਾ ਅਗਲਾ ਪੱਖ ਸਤਿਗੁਰੂ ਦੀ ਬਾਣੀ ਵਿੱਚ ਦਰਜ ਹੈ ਕਿ ਜਿਸ ਨੂੰ ਆਪ ਖੁਹਾਏ ਕਰਤਾ, ਖੁਸ ਲਏ ਚੰਗਿਆਈ। ਜਿਹਨੂੰ ਰੱਬ ਨੇ ਧੱਕੇ ਦੇਣੇ ਹੁੰਦੇ ਨੇ, ਖੁਆਰ ਕਰਨਾ ਹੁੰਦਾ ਹੈ, ਪਹਿਲਾਂ ਉਸ ਬੰਦੇ ਕੋਲੋਂ ਚੰਗਿਆਈਆਂ ਖੋਹ ਲੈਂਦਾ ਹੈ। ਉਹਦੇ ਕੋਲੋਂ ਮਾੜੇ ਕੰਮ ਹੁੰਦੇ ਨੇ ਤੇ ਮਾੜੇ ਕੰਮਾਂ ਦੀ ਸਜ਼ਾ ਫਿਰ ਅਸੀਂ ਸਾਰੇ ਜਾਣਦੇ ਹਾਂ ਵੀ ਚੰਗੀ ਨਹੀਂ ਹੋ ਸਕਦੀ, ਬਹੁਤ ਮਾੜੀ ਹੋਏਗੀ। ਤੋ ਬਾਬਰ ਨੂੰ ਇਹ ਸਤਿਗੁਰੂ ਜੀ ਨੇ ਬਚਨ ਆਖੇ ਸਨ ਕਿ ਬਾਬਰ, ਰਾਜੇ ਦਾ ਧਰਮ ਰਾਜੇ ਚੁਲੀ ਨਿਆਮ ਕੀ। ਮੈਂ ਪਹਿਲਾਂ ਵੀ ਇਸ ਦੀ ਵਿਆਖਿਆ ਕੀਤੀ ਸੀ। ਤੁਸੀਂ ਕਹੋਗੇ ਰਾਜੇ ਦਾ ਧਰਮ ਜਿਹੜਾ ਹੈ ਉਹ ਲੋਕਾਂ ਨੂੰ ਸੜਕਾਂ ਬਣਾ ਕੇ ਦੇਣਾ, ਉਹ ਲੋਕਾਂ ਨੂੰ ਬਿਜਲੀ, ਹੋਰ ਸਹੂਲਤਾਂ, ਹੈਲਥ ਦੇ ਪ੍ਰਥਾਏ ਪ੍ਰਬੰਧ ਕਰਕੇ ਦੇਣਾ। ਨਹੀਂ, ਇਹ ਗੱਲਾਂ ਬੜੀਆਂ ਹੀ ਛੋਟੀਆਂ ਨੇ। ਸਭ ਤੋਂ ਵੱਡਾ ਧਰਮ ਜਿਹੜਾ ਉਹ ਨਿਆਂ ਦਾ ਧਰਮ ਹੈ। ਹਰ ਬੰਦੇ ਨੂੰ ਇਨਸਾਫ ਮਿਲਣਾ ਚਾਹੀਦਾ ਹੈ। ਇਹ ਕਥਾ ਅਸੀਂ ਸੁਣ ਚੁੱਕੇ ਹਾਂ। ਜਿਵੇਂ ਇੱਕ ਬੰਦਾ ਪਾਪ ਕਰਦਾ ਹੈ, ਫਿਰ ਉਹ ਬੰਦਾ ਬਿਮਾਰ ਹੋ ਜਾਂਦਾ ਹੈ, ਬੰਦਾ ਬਿਸਤਰੇ 'ਤੇ ਚਲਾ ਜਾਂਦਾ ਹੈ। ਆਪਾਂ ਪਾਠ ਵੀ ਕਰਦੇ ਹਾਂ, ਅਰਦਾਸਾਂ ਵੀ ਕਰਦੇ ਹਾਂ ਤੇ ਕਹਿੰਦੇ ਵੀ ਹਾਂ ਵੀ ਰੱਬ ਇਹਨੂੰ ਮਾਫ ਕਰ ਦੇਵੇ। ਵੀ ਦੱਸੋ, ਜੇ ਰੱਬ ਉਹਨੂੰ ਮਾਫ ਕਰ ਦੇਵੇਗਾ ਤੇ ਇਹਦਾ ਅਰਥ ਤਾਂ ਇਹੀ ਹੈ ਕਿ ਪਾਪ ਕਰੋ, ਮਾਫੀ ਤੇ ਹੋ ਹੀ ਜਾਣੀ ਹੈ। ਨਹੀਂ, ਇਸੇ ਕਰਕੇ ਮਾਫੀ ਨਹੀਂ ਹੈ ਕਿ ਜੇ ਪਾਪ ਕਰੋਗੇ ਤੇ ਸਜ਼ਾ ਤਾਂ ਹੋਣੀ ਹੋਣੀ ਹੈ, ਮਾਫੀ ਨਹੀਂ ਹੋਣੀ, ਸਜ਼ਾ ਹੋਣੀ ਹੈ। ਇਹ ਗੱਲ ਸਾਨੂੰ ਸਮਝ ਨਹੀਂ ਆ ਰਹੀ। ਬੜੇ ਸਾਰੇ ਲੋਕ ਨੇ, ਅਸੀਂ ਜੀ ਪਾਠ ਵੀ ਕਰਾਇਆ ਜੀ, ਗੁਰਦੁਆਰੇ ਵੀ ਗਏ ਜੀ, ਇਹ ਸਾਡਾ ਦੁੱਖ ਮਿਟਦਾ ਕਿਉਂ ਨਹੀਂ ਹੈ? ਬਈ ਜੇ ਤੇਰਾ ਦੁੱਖ ਮਿਟ ਜਾਏ ਤਾਂ ਫਿਰ ਸਵਾਲ ਤੇ ਇਹ ਹੈ ਕਿ ਫਿਰ ਤਾਂ ਕੋਈ ਵੀ ਮਨੁੱਖ ਜਿਹੜਾ ਉਹ ਮਰਜ਼ੀ ਨਾਲ ਪਾਪ ਕਰੇਗਾ ਤੇ ਧਰਮ ਸਥਾਨਾਂ ਤੇ ਮਾਫੀਆਂ ਮੰਗ ਕੇ ਛੁੱਟ ਜਾਏਗਾ।
हाँ ਉਹਦਾ ਰਸਤਾ ਹੈ, ਉਹਦਾ ਰਸਤਾ ਗੁਰੂ ਦੱਸਦਾ ਹੈ। ਜਿਹੜਾ ਦਰਗਹਿ ਕਾ ਬਸੀਠ ਹੈ, ਮੈਂ ਅੱਜ ਵੀ ਪੰਜਾਬ ਕਿਤੇ ਗਿਆ ਸੀ, ਉੱਥੇ ਵੀ ਬੇਨਤੀ ਕੀਤੀ ਕਿ ਰੱਬ ਮਾਫੀ ਨਹੀਂ ਦਿੰਦਾ। ਤੁਹਾਨੂੰ ਪਤਾ ਹੈ ਜੱਜ ਕਦੇ ਕਿਸੇ ਨੂੰ ਮਾਫ ਨਹੀਂ ਕਰ ਸਕਦਾ। ਜੱਜ ਦੀ ਜਿਹੜੀ ਡਿਊਟੀ ਹੈ ਉਹ ਨਿਆਂ ਕਰਨਾ ਹੈ। ਕੋਈ ਜੱਜ ਲਿਖ ਵੀ ਦਵੇ ਜੀ ਮੈਂ ਮਾਫੀ ਦਿੰਦਾ, ਤੇ ਸਾਹਮਣੇ ਵਾਲੀ ਪਾਰਟੀ ਜਿਹੜੀ ਹੈ ਉਸ ਤੋਂ ਹਾਇਰ ਕੋਰਟ ਵਿੱਚ ਚਲੀ ਜਾਏਗੀ, ਕਿਉਂਕਿ ਜੱਜ ਦਾ ਧਰਮ ਮਾਫ ਕਰਨਾ ਨਹੀਂ, ਜੱਜ ਦਾ ਧਰਮ ਹੈ ਨਿਆਂ ਕਰਨਾ। ਉਹਦੇ ਵਿੱਚ ਕੋਈ ਕੰਸੈਸ਼ਨ ਹੋ ਜਾਏ, ਉਹਦੇ ਵਿੱਚ ਕੋਈ ਰਿਲੀਫ ਹੋ ਜਾਏ, ਇਹ ਕੰਮ ਵਕੀਲ ਦਾ ਹੈ, ਇਹ ਕੰਮ ਗੁਰੂ ਕਰਦਾ ਹੈ। ਗੁਰੂ ਸਾਡੀਆਂ ਭੁੱਲਾਂ ਬਖਸ਼ਾ ਸਕਦਾ ਹੈ। ਰੱਬ ਦੇ ਨਿਯਮਾਂ ਦੇ ਵਿੱਚ ਤਾਂ ਇਹ ਸਿੱਧਾ ਸਿੱਧਾ ਹੈ ਕਿ ਪੁੰਨੀ ਪਾਪੀ ਆਖਣ ਨਾਹੇ, ਕਰ ਕਰ ਕਰਨਾ ਲਿਖ ਲੈ ਜਾ, ਆਪੇ ਬੀਜ ਆਪੇ ਹੀ ਖਾ। ਨਹੀਂ ਤੇ ਸਾਰੀ ਕੁਦਰਤ ਹੀ ਵਿਗੜ ਜਾਏ ਇਸ ਤਰ੍ਹਾਂ ਤਾਂ। ਇਸੇ ਕਰਕੇ ਕਹਿੰਦੇ ਬੰਦਾ ਦੁਨੀਆ ਦੀ ਅਦਾਲਤ ਤੋਂ ਬਚ ਸਕਦਾ, ਰੱਬ ਦੀ ਅਦਾਲਤ ਤੋਂ ਨਹੀਂ ਬਚ ਸਕਦਾ। ਜਦੋਂ ਰੱਬ ਦੇ ਘਰ ਨਿਆਂ ਹੋਏਗਾ ਤੇ ਬਿਲਕੁਲ ਠੀਕ ਹੋਏਗਾ, ਉੱਥੇ ਇਨਸਾਫ ਹੋਏਗਾ। ਤੋ ਇਸ ਕਥਾ ਦੇ ਵਿੱਚ ਸਤਿਗੁਰੂ ਨੇ ਜਿੱਥੇ ਬਾਬਰ ਨੂੰ ਇਹ ਉਪਦੇਸ਼ ਦਿੱਤਾ, ਉੱਥੇ ਬਾਬਰ ਨੂੰ ਕਿਹਾ ਵੀ ਸਾਰਿਆਂ ਨੂੰ ਛੱਡ ਦੇ, ਸਾਰਿਆਂ ਦੀ ਸੌਜ ਸਮੱਗਰੀ ਵਾਪਸ ਕਰ ਦੇ। ਇੱਥੇ ਫਿਰ ਇੱਕ ਕਥਾ ਜਿਹੜੀ ਆਪਾਂ ਪਰਸੋਂ ਸੁਣ ਰਹੇ ਸੀ, ਭਾਈ ਮਰਦਾਨਾ ਜੀ ਕਹਿਣ ਲੱਗੇ ਜੀ ਮੇਰੇ ਮਨ ਵਿੱਚ ਇੱਕ ਸੰਸਾ ਆ ਗਿਆ ਹੈ ਕਿ ਮਹਾਰਾਜ ਗਲਤੀ ਤੇ ਐਮਨਾਬਾਦ ਦੇ ਥੋੜੇ ਜਿਹੇ ਪਠਾਨਾਂ ਨੇ ਕੀਤੀ ਸਜ਼ਾ, ਸਾਰਿਆਂ ਨੂੰ ਕਿਉਂ ਮਿਲੀ? ਗੁਰੂ ਜੀ ਸਮਝ ਗਏ, ਉੱਤਰ ਨਹੀਂ ਦਿੱਤਾ। ਹਾਂ ਇੰਨੀ ਗੱਲ ਜ਼ਰੂਰ ਕਹੀ ਕਿ ਵੇਖ ਮਰਦਾਨਾ, ਜੋ ਕਰੇਗਾ ਉਹਨੂੰ ਭਰਨਾ ਤੇ ਪਵੇਗਾ। ਪਰ ਭਾਈ ਮਰਦਾਨੇ ਦੀ ਜਮਾ ਖਾਤਰ ਨਹੀਂ ਹੋਈ, ਤਸੱਲੀ ਨਹੀਂ ਹੋਈ। ਭਾਈ ਮਰਦਾਨਾ ਜੀ ਜਦੋਂ ਸੁੱਤੇ, ਸਤਿਗੁਰਾਂ ਨੇ ਕਿਹਾ ਸਿੱਖਾਂ ਨੂੰ ਵੀ ਥੋੜਾ ਜਿਹਾ ਮਿੱਠਾ ਇਹਨਾਂ ਦੇ ਨਾ ਪੇਟ ਤੇ ਪਾ ਦਿਓ। ਪਾ ਦਿੱਤਾ, ਪੇਟ ਤੇ ਕੀੜੀਆਂ ਚੜ੍ਹਨੀਆਂ ਸ਼ੁਰੂ ਹੋ ਗਈਆਂ। ਹੁਣ ਉਹਨਾਂ ਕੀੜੀਆਂ ਚੋਂ ਇੱਕ ਕੀੜੀ ਨੇ ਦੰਦੀ ਵੱਢ ਦਿੱਤੀ। ਹੁਣ ਹੁੰਦੀ ਤੇ ਕੀੜੀ ਬੜੀ ਛੋਟੀ ਹੈ, ਮੂੰਹ ਵੀ ਛੋਟਾ ਹੋਏਗਾ, ਪਰ ਜੇ ਕੀੜੀ ਲੜ ਜਾਏ ਨਾ ਤੇ ਤਕਲੀਫ ਬੜੀ ਦਿੰਦੀ ਹੈ। ਜਦੋਂ ਕੀੜੀ ਦੇ ਕੱਟਣ ਦੀ ਤਕਲੀਫ ਹੋਈ, ਭਾਈ ਮਰਦਾਨਾ ਜੀ ਉੱਠੇ। ਕੁਝ ਵੀ ਵੇਖਣ ਤੋਂ ਪਹਿਲਾਂ ਜਿੱਥੇ ਕੀੜੀ ਨੇ ਕੱਟਿਆ ਸੀ ਉੱਥੇ ਆਪਣਾ ਹੱਥ ਕਰਕੇ ਉਹ ਜਗ੍ਹਾ ਨੂੰ ਮਸਲ ਦਿੱਤਾ। ਉਹ ਜਦੋਂ ਜਗ੍ਹਾ ਮਸਲੀ ਤਾਂ ਉੱਥੇ ਕਈ ਕੀੜੀਆਂ ਮਰ ਗਈਆਂ। ਸਤਿਗੁਰੂ ਕਹਿੰਦੇ ਮਰਦਾਨਿਆ ਸੁਣਾ, ਤੈਨੂੰ ਇੱਕ ਕੀੜੀ ਨੇ ਕੱਟਿਆ ਸੀ, ਤੂੰ ਕਿੰਨੀਆਂ ਕੀੜੀਆਂ ਮਾਰਤੀਆਂ ਬਈ? ਇਹ ਸੁਭਾਵਕ ਹੈ। ਫਿਰ ਇੱਥੇ ਭਾਈ ਲਾਲੋ ਤੇ ਉਹ ਬ੍ਰਾਹਮਣ ਜਿਨ੍ਹਾਂ ਨੇ ਹਮਲੇ ਤੋਂ ਪਹਿਲਾਂ ਆ ਕੇ ਖਿਮਾ ਜਾਚਨਾ ਕੀਤੀ ਸੀ, ਉਹ ਬਚ ਗਏ, ਉਹ ਵਾਪਸ ਆਏ। ਉਹਨਾਂ ਨੇ ਆ ਕੇ ਗੁਰੂ ਦੇ ਚਰਨਾਂ ਤੇ ਮੱਥਾ ਟੇਕਿਆ। ਸਮਝਿਓ ਤਬ ਹਿਰਦੈ ਵਿਖੈ, ਜੋਰ ਹਾਥ ਹਵੈ ਦੀਨ, ਮਨ ਕੀ ਬੂਝੋ ਸਰਬਗਤ, ਕਿਰਪਾ ਨਿਧਾਨ ਪ੍ਰਬੀਨ। ਆਖਿਆ ਸੱਚੇ ਪਾਤਸ਼ਾਹ, ਤੁਸੀਂ ਸਾਰਿਆਂ ਦੇ ਹਿਰਦੇ ਦੀ ਬੁੱਝ ਲੈਂਦੇ ਹੋ, ਤੁਸੀਂ ਮੇਰੇ ਹਿਰਦੇ ਦੀ ਵੀ ਬੁੱਝ ਲਈ, ਤੇ ਇਹ ਜਿਹੜਾ ਮੈਨੂੰ ਤੁਸੀਂ ਜਵਾਬ ਦਿੱਤਾ ਹੈ ਇਹ ਬੜਾ ਬਾ ਕਮਾਲ ਹੈ। ਵੇਖੋ ਇਸ ਗੱਲ ਨੂੰ ਫਿਰ ਸੁਣ ਲੈਣਾ। ਐਮਨਾਬਾਦ ਤੇ ਹਮਲਾ ਹੋਇਆ, ਸਾਰੀ ਨਗਰੀ ਲੁੱਟ ਪੁੱਟ ਗਈ। ਭਾਈ ਮਰਦਾਨਾ ਕਹਿੰਦਾ ਵੀ ਨਗਰੀ ਦਾ ਕੀ ਕਸੂਰ ਸੀ? ਜਿਨ੍ਹਾਂ ਨੇ ਪਾਪ ਕੀਤਾ ਸਜ਼ਾ ਉਹਨਾਂ ਨੂੰ ਮਿਲਣੀ ਚਾਹੀਦੀ ਸੀ। ਗੁਰੂ ਜੀ ਨੇ ਕੀੜੀਆਂ ਦੀ ਉਦਾਹਰਣ ਦੇ ਕੇ ਆਖਿਆ, ਵੇਖ ਮਰਦਾਨਿਆ, ਤੈਨੂੰ ਇੱਕ ਕੀੜੀ ਨੇ ਕੱਟਿਆ, ਸਾਰੀਆਂ ਨੇ ਨਹੀਂ ਕੱਟਿਆ। ਪਰ ਜਦੋਂ ਤੂੰ ਉਸ ਜਗ੍ਹਾ ਨੂੰ ਮਸਲਿਆ ਹੱਥ ਨਾਲ ਤੇ ਤੂੰ ਸੈਂਕੜੇ ਕੀੜੀਆਂ ਮਸਲ ਦਿੱਤੀਆਂ ਨੇ ਭਾਈ। ਇਹ ਸੁਭਾਵਕ ਹੁੰਦਾ ਹੈ। ਜਦੋਂ ਤੁਸੀਂ ਛੋਲੇ ਪੀਸਣ ਵਾਸਤੇ ਬੈਠੋਗੇ, ਘੋੜ ਨਾਲ ਹੀ ਪੀਸੇਗਾ। ਜਦੋਂ ਤੁਸੀਂ ਕਣਕ ਪੀਸਣ ਵਾਸਤੇ ਚੱਕੀ ਵਿੱਚ ਤੇ ਜਾਓਗੇ
ਤੇ ਸੁਸਰੀ ਨਾਲ ਹੀ ਪਿਸੇਗੀ। ਇਹ ਸੁਭਾਵਕ ਹੈ। ਤਾਂ ਹੀ ਕਹਿੰਦੇ ਨਾ ਵੀ ਮਾੜੀ ਸੰਗਤ ਨਹੀਂ ਕਰਨੀ ਚਾਹੀਦੀ। ਹੁਣ ਤੁਸੀਂ ਵੇਖੋ ਜੂਆ ਕਿੰਨੇ ਬੰਦੇ ਖੇਡਦੇ ਨੇ, 2 4 5 7 ਬੰਦੇ, ਪਰ ਜਦੋਂ ਰੇਡ ਪੈਂਦੀ ਬੰਦੇ 50 ਫੜੇ ਜਾਂਦੇ ਨੇ। ਉਹ ਪੁੱਛਿਆ ਵੀ ਇਹ ਕੀ? ਨਹੀਂ ਜੀ ਇਹ ਤੇ ਵੇਖਦੇ ਸੀ, ਪਰ ਫੋਟੋ ਤੇ ਉਹਨਾਂ ਦੀ ਬਰਾਬਰ ਆਉਂਦੀ ਹੈ। ਹੁਣ ਕਿਹਨੂੰ ਪਤਾ ਹੈ? ਟੀਵੀ ਤੇ ਵੇਖਿਆ ਬੰਦਿਆਂ ਨੇ ਵੀ ਉਹ ਵੀ ਹੈਗਾ ਸੀ, ਉਹ ਵੀ ਹੈਗਾ ਸੀ, ਉਹ ਵੀ ਹੈਗਾ ਸੀ। ਹੁਣ ਕਿਹਨੂੰ ਦੱਸੋਗੇ ਵੀ ਇਹ ਤੇ ਵੇਖਣ ਗਏ ਸੀ? ਉੱਥੇ ਖੇਡਣ ਵਾਲੇ ਤੇ 4 5 ਬੰਦੇ ਸੀ। ਜਦੋਂ ਮਾੜੀ ਸੰਗਤ ਵਿੱਚ ਜਾਓਗੇ ਤਾਂ ਬਾਸਨ ਕਾਰੋ ਪਰਸੀਐ ਤੋ ਕੱਛ ਲਾਗੈ ਦਾਗ। ਕਦੇ ਮਾੜੀ ਸੰਗਤ ਦੇ ਭਾਗੀਦਾਰ ਨਹੀਂ ਬਣਨਾ ਚਾਹੀਦਾ। ਜਿੱਥੇ ਮਾੜਾ ਕੰਮ ਹੁੰਦਾ ਹੋਵੇ ਉੱਥੇ ਨਹੀਂ ਜਾਣਾ ਚਾਹੀਦਾ। ਸੱਚੀ ਸੰਗਤ ਦੇ ਭਾਗੀਦਾਰ ਬਣੋਗੇ ਤਾਂ ਇਹ ਗੱਲ ਨਿਸ਼ਚੈ ਹੈ ਕਿ ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਹਾਂਜੀ। ਇਸ ਬਿਦ ਬੈਸੇ ਕਰ ਤੋ ਬਿਲਾਸੋ ਸਤ ਸੰਗ ਜਗ ਭਗਤ ਪ੍ਰਕਾਸ਼ੋ। ਇਸ ਤਰ੍ਹਾਂ ਸਤਿਗੁਰੂ ਪਿਤਾ ਜੀ ਨੇ ਗਿਆਨ ਵੀ ਬਖਸ਼ਿਆ, ਭਗਤੀ ਵੀ ਬਖਸ਼ੀ ਔਰ ਭਗਤੀ ਦਾ ਪ੍ਰਕਾਸ਼ ਵੀ ਕੀਤਾ। ਜਿੰਨੀ ਗੁਰੂ ਨਾਨਕ ਸਾਹਿਬ ਦੀ ਕਥਾ ਸੁਣੋਗੇ ਤੁਹਾਨੂੰ ਇੱਕ ਗੱਲ ਬਾਰ-ਬਾਰ ਵਾਪਸ ਸਮਝ ਆਏਗੀ ਕਿ ਸਤਿਗੁਰੂ ਸਾਰਿਆਂ ਨੂੰ ਭਗਤੀ ਕਰਨ ਵਾਸਤੇ ਕਹਿੰਦੇ ਸਨ। ਕਰਮ ਕਾਂਡਾਂ ਵਿੱਚ ਨਹੀਂ ਸੀ ਪਾਉਂਦੇ। ਉਹਨਾਂ ਦੇ ਕਰਮ ਕਾਂਡ ਵੇਖ ਕੇ ਉਹਨਾਂ ਨੂੰ ਸਮਝਾਉਂਦੇ ਸੀ ਕਿ ਭਾਈ ਇਹ ਫੋਕਟ ਕਰਮ ਨੇ, ਇਹ ਨਿਸਫਲ ਕਰਮ ਨੇ। ਹਾਂਜੀ। ਲਾਲੋ ਦ੍ਵਿਜਪੁਰ ਮੈਂ ਤਬ ਆਏ ਨਿਜ ਪਰਿਵਾਰ ਨਿਕੇਤ ਬਸਾਏ। ਇਸ ਹਮਲੇ ਦੇ ਪੂਰੇ ਨਿਪਟਾਰੇ ਤੋਂ ਬਾਅਦ ਭਾਈ ਲਾਲੋ ਤੇ ਉਹ ਪੰਡਤ ਵਾਪਸ ਐਮਨਾਬਾਦ ਦੀ ਨਗਰੀ ਵਿੱਚ ਆ ਕੇ ਵਸੇ ਨੇ। ਹਾਂਜੀ। ਸਰਬ ਬਿਰਤਾਂਤ ਦੇਖ ਪੁਰ ਕੇਰਾ ਮਹਾ ਭਿਆਨ ਲਗੇ ਚੌਫੇਰਾ। ਇਸ ਐਮਨਾਬਾਦ ਦੀ ਨਗਰੀ ਦਾ ਦ੍ਰਿਸ਼ ਬੜਾ ਹੀ ਡਰਾਉਣਾ ਸੀ। ਬੜੀ ਕਤਲੋ ਗਾਰਤ ਹੋਈ ਸੀ। ਇਹ ਜਿਹੜੀ ਬਾਬਰ ਬਾਣੀ ਹੈ ਕਿ ਕਾਇਆ ਕੱਪੜ ਟੁਕ ਟੁਕ ਹੋਸੀ, ਉਹ ਹੋਈ ਉੱਥੇ। ਉੱਥੇ ਮੁਸ ਕੋਇਰ ਰਵਾਇਆ, ਇਹ ਹਾਲਾਤ ਉੱਥੇ ਬਣੇ ਸਨ। ਜਿਨ ਸਿਰ ਸੋਇਨ ਪੱਟੀਆਂ ਮੰਗੀ ਪਾਏ ਸੰਧੂਰ ਸੇ ਸਿਰ ਕਾਤੀ ਮੁਨੀਅਨ ਗਲ ਵਿੱਚ ਆਵੇ ਧੂੜ। ਇਹ ਸਾਰਾ ਕੁਝ ਉੱਥੇ ਹੋਇਆ ਸੀ। ਉਹ ਗਰੀ ਸ਼ੁਹਾਰੇ ਖਾਂਦੀਆਂ ਹੁਣ ਬਹਿਣ ਨਾ ਮਿਲਣ ਹਦੂਰ। ਹੁਣ ਉਹਨਾਂ ਦੇ ਕੋਲ ਕੁਝ ਵੀ ਨਹੀਂ ਹੈ। ਐਸੀ ਅਧੋਗਤੀ ਇਹਨਾਂ ਲੋਕਾਂ ਦੀ ਹੋਈ ਹੈ। ਹਾਂਜੀ। ਪੁਨ ਦੋਨੋਂ ਪ੍ਰਭ ਟਿਗ ਚਲ ਆਏ ਪਦ ਪੰਕਜ ਪਰ ਪਰ ਲਪਟਾਏ। ਭਾਈ ਲਾਲੋ ਤੇ ਉਹ ਪੰਡਤ, ਉਹ ਬ੍ਰਾਹਮਣ ਜਿਹੜਾ ਸੀ, ਉਹ ਸਤਿਗੁਰੂ ਜੀ ਦੇ ਹਜੂਰ ਆਇਆ। ਦੋਨੋਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਆਉਂਦੇ ਨੇ। ਭਾਨ ਸਮਾਨ ਸਰੂਪ ਨਿਹਾਰਾ ਅੰਬਕ ਅੰਬੁਜ ਬਿਕਸੇ ਚਾਰਾ। ਇਹਨਾਂ ਦੋਵਾਂ ਦੇ ਲਈ ਗੁਰੂ ਨਾਨਕ ਸਾਹਿਬ ਦਾ ਸਵਰੂਪ ਸੂਰਜ ਵਰਗਾ ਸੀ। ਇਹਨਾਂ ਦੇ ਆਪਣੇ ਮਨ ਜਿਹੜੇ ਸੀ ਕਮਲ ਫੁੱਲ ਵਰਗੇ ਸੀ। ਕਮਲ ਫੁੱਲ ਦਾ ਇੱਕ ਸੁਭਾਅ ਹੈ, ਉਹ ਜਦੋਂ ਸੂਰਜ ਦੇ ਦਰਸ਼ਨ ਕਰਦੇ ਉਦੋਂ ਹੀ ਖਿੜ ਜਾਂਦਾ ਹੈ। ਕਈ ਵਾਰੀ ਨਾ ਤੁਸੀਂ ਗੁਰਦੁਆਰੇ ਆਉਂਦੇ ਹੋ, ਤੁਹਾਨੂੰ ਆ ਕੇ ਵੀ ਖੁਸ਼ੀ ਸੰਤੁਸ਼ਟੀ ਆਨੰਦ ਨਹੀਂ ਆਉਂਦਾ। ਹੁਣ ਉਹ ਤੁਸੀਂ ਕਹੋ ਜੀ ਅੱਜ ਗੁਰਦੁਆਰੇ ਗਏ ਜੀ, ਅੱਜ ਕੋਈ ਚੰਗਾ ਜਿਹਾ ਨਹੀਂ ਲੱਗਾ। ਚੰਗਾ ਜਿਹਾ ਲੱਗਣਾ ਸੀ ਭਾਈ, ਤੁਸੀਂ ਘਰੋਂ ਕਿਹੋ ਜਿਹੇ ਬਣ ਕੇ ਆਏ ਹੋ? ਤੁਸੀਂ ਆਪਣੇ ਵੱਲ ਵੀ ਤਾਂ ਵੇਖੋ ਨਾ। ਜੇ ਤੁਸੀਂ ਭਾਵੋ ਭਾਵਨੀ ਵਿੱਚ ਆਓਗੇ, ਅਕੀਦੇ ਵਿੱਚ ਆਓਗੇ, ਸਿਦਕ ਭਰੋਸੇ ਵਿੱਚ ਆਓਗੇ ਤਾਂ ਸਭ ਕੁਝ ਮਿਲੇਗਾ। ਤੁਸੀਂ ਈਰਖਾ ਵੈਰ ਵਿਰੋਧ ਵਿੱਚ ਆਓਗੇ ਤਾਂ ਕੁਝ ਵੀ ਨਹੀਂ ਮਿਲੇਗਾ। ਇਹ ਤੁਹਾਡੇ ਆਪਣੇ ਤੇ ਵੀ ਮੁਨਸਰ ਹੈ, ਕਿਉਂਕਿ ਸਤਿਗੁਰ ਨੂੰ ਜਿਹਾ ਕੋ ਇੱਛਦਾ ਤੇਹਾ ਫਲ ਪਾਏਂਦਾ। ਇਹ ਤਾਂ ਅੰਤਰਜਾਮੀ ਸਤਿਗੁਰੂ ਹੈ। ਜਿਹੋ ਜੀ ਭਾਵਨਾ ਨਾਲ ਆਓਗੇ ਉਹੋ ਜਿਹਾ ਫਲ ਮਿਲ ਜਾਏਗਾ ਤੁਹਾਨੂੰ। ਹਾਂਜੀ। ਅਨਕ ਭਾਂਤ ਕੀ ਉਸਤਤ ਠਾਨੇ ਪਰਮ ਪ੍ਰਸਿੱਧਤ ਭੇ ਗੁਣ ਖਾਨੇ। ਦੋਵਾਂ ਨੇ ਆ ਕੇ ਗੁਰੂ ਨਾਨਕ ਸਾਹਿਬ ਜੀ ਦੀ ਉਸਤਤ ਕੀਤੀ। ਦੋਵਾਂ ਦੇ ਉੱਤੇ ਗੁਰੂ ਨਾਨਕ ਸਾਹਿਬ ਬੜੇ ਪ੍ਰਸੰਨ ਹੋਏ। ਹਾਂਜੀ। ਦੋਨੋਂ ਨਗਰ ਬਿਖੈ ਪੁਨ ਜਾਈ
ਅਨੇਕ ਪ੍ਰਕਾਰਨ ਮਹਿਮਾ ਗਾਈ। ਇਹਨਾਂ ਦੋਵਾਂ ਨੇ ਜਾ ਕੇ ਜਿਹੜੇ ਐਮਨਾਬਾਦ ਦੇ ਲੋਕ ਛੁੱਟੇ ਸਨ, ਜਿਹੜੇ ਵਾਪਸ ਘਰਾਂ ਵਿੱਚ ਆਏ ਨੇ, ਜਿਨ੍ਹਾਂ ਨੂੰ ਮੁੜ ਜੀਵਨ ਦਾਨ ਮਿਲਿਆ, ਇਹਨਾਂ ਨੇ ਜਾ ਕੇ ਉਹਨਾਂ ਨੂੰ ਦੱਸਿਆ ਵੀ ਉਹ ਮੂਰਖੋ, ਉਹ ਰੱਬ ਦੀ ਮੂਰਤ ਬਾਹਰ ਬੈਠੀ ਹੈ, ਜਿਹਦੇ ਕਰਕੇ ਤੁਹਾਡੀ ਜਾਨ ਬਚੀ ਹੈ, ਜਿਹਦੇ ਕਰਕੇ ਤੁਸੀਂ ਮੁੜ ਵਾਪਸ ਐਮਨਾਬਾਦ ਦੇ ਵਾਸੀ ਬਣੇ ਹੋ। ਹਾਂਜੀ। ਹਿੰਦੂ ਤੁਰਕ ਹੁਤੇ ਸਭ ਜੇ ਆਨ ਚਰਨ ਲਪਟਾਨੇ ਤੇ। ਫਿਰ ਇਹ ਸਾਰੇ ਭਾਵੇਂ ਹਿੰਦੂ ਸੀ ਭਾਵੇਂ ਤੁਰਕ ਸੀ, ਗੁਰੂ ਦੇ ਚਰਨਾਂ ਵਿੱਚ ਆਉਂਦੇ ਨੇ, ਗੁਰੂ ਦੇ ਚਰਨਾਂ ਤੇ ਆ ਕੇ ਸਜਦੇ ਕਰਦੇ ਨੇ, ਮੱਥੇ ਟੇਕਦੇ ਨੇ। ਹਾਂਜੀ। ਭਈ ਪੀਰ ਭਈ ਚਾਹੁ ਦਿਸ ਜਗਤੇਸ਼ਾ ਸਤਨਾਮ ਦੀਨੋ ਉਪਦੇਸ਼ਾ। ਬੜੀ ਵੱਡੀ ਭੀੜ ਹੈ ਗੁਰੂ ਦੇ ਚਰਨਾਂ ਵਿੱਚ। ਗੁਰੂ ਸਾਰਿਆਂ ਨੂੰ ਉਪਦੇਸ਼ ਦਿੰਦੇ ਨੇ ਕਿ ਭਾਈ ਸਤਨਾਮ ਦਾ ਜਾਪ ਕਰਿਆ ਕਰੋ। ਸਤਨਾਮ ਦੇ ਅੱਖਰੀ ਅਰਥ ਹੈ ਜਿਹਦਾ ਨਾਮ ਸਤ ਹੈ, ਜਿਹਦਾ ਨਾਮ ਸਤ ਹੈ, ਸਦੀਵ ਹੈ, ਅਟਲ ਹੈ, ਜਿਹਦਾ ਨਾਮ ਸੱਚਾ ਹੈ। ਹਾਂਜੀ। ਸੰਤ ਅਤਿਥ ਕੀ ਸੇਵਾ ਕਰਨੀ ਤਹ ਕੀ ਮਹਿਮਾ ਬਹੁ ਬਿਦ ਬਰਨੀ। ਕੋਈ ਸੰਤ ਆਵੇ, ਕੋਈ ਰਾਹਗੀਰ ਮੁਸਾਫਰ ਆਵੇ ਤਾਂ ਸੇਵਾ ਕਰਨੀ ਹੈ। ਤਹ ਕੀ ਮਹਿਮਾ ਬਹੁ ਬਿਦ ਬਰਨੀ। ਕਿਸੇ ਵੀ ਭੁੱਖੇ ਨੂੰ ਰੋਟੀ ਦਿਓਗੇ, ਨੰਗੇ ਨੂੰ ਕੱਪੜਾ ਦਿਓਗੇ, ਗਰੀਬ ਨੂੰ ਪੈਸਾ ਦਿਓਗੇ, ਭਾਈ ਉਹਦਾ ਪੁੰਨ ਫਲ ਲੱਗੇਗਾ ਤੁਹਾਨੂੰ। ਹੁਣ ਇਹਦੇ ਗਲਤ ਅਰਥ ਕਿੱਥੇ ਹੋ ਗਏ? ਗਲਤ ਅਰਥ ਉੱਥੇ ਹੋ ਗਏ ਕਿ ਜਦੋਂ ਅਸੀਂ ਇੱਕ ਭਿਖਾਰੀਆਂ ਦਾ ਇੱਕ ਸਮਾਜ ਖੜਾ ਕਰ ਲਿਆ, ਅਸੀਂ ਇੱਕ ਬੰਦਾ ਪੈਦਾ ਕਰ ਲਿਆ ਜਿਹੜਾ ਰੋਜ਼ ਖੜਾ ਹੁੰਦਾ ਤੁਹਾਡੇ 10 ਰੁਪਏ ਲੈਣ ਵਾਸਤੇ, ਇਹ ਪਾਪ ਹੋ ਗਿਆ ਸਾਡੇ ਕੋਲੋਂ। ਚਾਹੀਦਾ ਕੀ ਸੀ? ਮੈਂ ਇੱਕ ਦਿਨ ਪਹਿਲਾਂ ਵੀ ਉਹਨਾਂ ਮੁਸਲਮਾਨ ਵੀਰਾਂ ਦਾ ਤੁਹਾਡੇ ਨਾਲ ਜ਼ਿਕਰ ਕੀਤਾ ਸੀ। ਬਕਾਇਦਾ ਮੈਂ ਉਹਨਾਂ ਦੀ ਉਹ ਜਿਹੜੀ ਸਾਈਟ, ਉਹਦਾ ਨਾਮ ਵੀ ਦੱਸਿਆ ਸੀਗਾ ਕਿ ਉਹ 2 ਜਣੇ ਕੈਮਰਾ ਲੈ ਕੇ ਪਿੰਡ ਪਿੰਡ ਜਾਂਦੇ ਨੇ, ਪਰ ਮਦਦ ਕਿਹਦੀ ਕਰਦੇ ਨੇ? ਜਿਹਦੇ ਬਾਰੇ ਇਹ ਪਤਾ ਲੱਗਦਾ ਵੀ ਉਹ ਮੰਗ ਕੇ ਨਹੀਂ ਖਾਣਾ ਚਾਹੁੰਦਾ, ਉਹ ਕਿਸੇ ਅੱਗੇ ਹੱਥ ਨਹੀਂ ਅੱਡਣਾ ਚਾਹੁੰਦਾ, ਉਹ ਅਣਖ ਗੈਰਤ ਨਾਲ ਜਿਉਣਾ ਚਾਹੁੰਦਾ ਹੈ। ਮੈਂ ਉਹਦਾ ਜ਼ਿਕਰ ਵੀ ਕੀਤਾ ਸੀ ਵੀ ਉਹ ਇੱਕ ਬੀਬੀ ਖੇਤ ਵਿੱਚ ਘਾਹ ਕੱਟ ਰਹੀ ਹੈ, ਉੱਥੇ ਜਾਂਦੇ ਨੇ, ਕਹਿੰਦੇ ਭੈਣ ਅਸੀਂ ਤੇਰੇ ਕੋਲ ਆਏ, ਬੜੀ ਵਧੀਆ ਪੰਜਾਬੀ ਬੋਲਦੇ ਨੇ, ਤੇ ਤੂੰ ਸਾਨੂੰ ਦੱਸ। ਉਹਨੇ ਜਿਹੜੀ ਦਾਸਤਾਨ ਦੱਸੀ, ਕਹਿਣ ਲੱਗੀ ਭਰਾ ਮੇਰਾ ਮਰ ਗਿਆ, ਭਰਜਾਈ ਮੇਰੀ ਬੱਚੇ ਛੱਡ ਕੇ ਉਹਨੇ ਕੋਈ ਨਵਾਂ ਖਾਵੰਦ ਕਰ ਲਿਆ। ਉਹਨੇ ਦੱਸਿਆ ਕਿ ਅੱਜ ਮੇਰੀ ਉਮਰ 40-45 ਸਾਲ ਹੈ, ਪਰ ਮੈਂ ਆਪਣੇ ਭਤੀਜੇ ਭਤੀਜੀਆਂ ਦੀ ਪਰਵਰਿਸ਼ ਵਾਸਤੇ ਸ਼ਾਦੀ ਨਹੀਂ ਕੀਤੀ। ਉਹਨੇ ਪੁੱਛਿਆ ਤੂੰ ਕੀ ਕਰਦੀ? ਕਹਿੰਦੀ ਮੇਰੇ ਕੋਲੇ 2-4 ਬੱਕਰੀਆਂ ਨੇ, ਮੈਂ ਉਹਨਾਂ ਬੱਕਰੀਆਂ ਦੇ ਬੱਚੇ ਵੇਚ ਕੇ ਜਾਂ ਉਹਨਾਂ ਬੱਕਰੀਆਂ ਦਾ ਦੁੱਧ ਵੇਚ ਕੇ ਇਹਨਾਂ ਬੱਚਿਆਂ ਨੂੰ ਪਾਲਦੀ ਹਾਂ। ਕੀ ਕਰਨਾ ਚਾਹੁੰਦੀ ਹੈ? ਉਹ ਕਹਿੰਦੀ ਮੈਂ ਚਾਹੁੰਦੀ ਹਾਂ ਕਿ ਬੱਚੇ ਪੜ੍ਹ ਜਾਣ। ਉਹ ਪੂਰੀ ਮਤਲਬ ਉਹਨਾਂ ਨੇ ਇੱਕ ਫਿਲਮ ਬਣਾਈ ਹੈ। ਫਿਰ ਉਹ ਬੱਚੇ ਵੀ ਵਿਖਾਉਂਦੇ ਨੇ, ਫਿਰ ਉਹ ਉਹਨਾਂ ਦੇ ਘਰ ਵੀ ਜਾਂਦੇ ਨੇ, ਫਿਰ ਉਹ ਕਹਿੰਦੇ ਨੇ ਕਿ ਭੈਣ ਸਾਨੂੰ ਤੇਰੇ ਬਾਰੇ ਪਤਾ ਲੱਗਿਆ ਸੀ ਕਿ ਤੂੰ ਪਿੰਡ ਦੇ ਵਿੱਚ ਕਿਸੇ ਦੇ ਅੱਗੇ ਹੱਥ ਨਹੀਂ ਅੱਡਿਆ, ਕਿਸੇ ਦੇ ਅੱਗੇ ਤਰਲਾ ਨਹੀਂ ਕੀਤਾ, ਕਿਉਂਕਿ ਅੱਜ ਹਾਲਾਤ ਇਹ ਨੇ, ਅਸੀਂ ਕੀ ਕਰਦੇ ਹਾਂ, ਸਾਨੂੰ ਨਾ ਦਾਨ ਬੜਾ ਸਿਰ ਨੂੰ ਚੜ੍ਹਦਾ ਹੈ, ਤੇ ਉਹ ਨਸ਼ਾ ਫਿਰ ਸਾਨੂੰ ਜਿਹੜਾ ਹੈ ਉਹ ਮੰਗਤਿਆਂ ਤੋਂ ਚੜ੍ਹਦਾ ਹੈ। ਮੈਂ ਆਪ ਜੀ ਨੂੰ ਬੇਨਤੀ ਕਰਾਂ, ਹਰ ਆਦਮੀ ਭਿਖਾਰੀ ਨਹੀਂ ਹੈ। ਤੁਸੀਂ ਆਮ ਚਿੱਟੇ ਕੱਪੜੇ ਪਾਏ ਕਿਸੇ ਬੰਦੇ ਨੂੰ 10 ਰੁਪਏ ਫੜਾਓ, ਅਗਲਾ ਕਹੂਗਾ ਭਾਜੀ ਮੈਂ ਮੰਗਤਾ, ਤੁਸੀਂ ਮੈਨੂੰ 10 ਰੁਪਏ ਦੇ ਰਹੇ, ਕਾਹਦੇ ਦੇ ਰਹੇ ਹੋ ਮੈਨੂੰ ਤੁਸੀਂ? ਹੁਣ ਉਹ ਜਿਹੜੀ 10 ਰੁਪਏ ਦੇਣ ਦੀ ਮਤਲਬ ਉਹ ਜਿਹੜੀ ਸਾਡੇ ਅੰਦਰ ਇੱਕ ਉਹ ਬਣੀ ਹੈ, ਉਹਦੇ ਲਈ ਅਸੀਂ ਇੱਕ ਕੈਟਾਗਰੀ ਪੈਦਾ ਕਰ ਲਈ। ਹੁਣ ਕਿਸੇ ਧਰਮ ਮੰਦਰ ਦੇ ਬਾਹਰ ਚਲੇ ਜਾਓ, 100-200 ਬੰਦਾ ਤੁਹਾਨੂੰ ਇਦਾਂ ਦਾ ਹੀ ਮਿਲੇਗਾ। ਤੁਹਾਨੂੰ ਪਤਾ ਇਹਦੇ ਨਾਲ ਕਿੰਨੀ ਮਾੜੀ ਗੱਲ ਹੋਈ ਹੈ ਕਿ ਆਪਾਂ ਦਿੱਲੀ ਦੇ ਵਾਸੀ ਆ ਜਿੰਨੇ ਕੁ ਮੰਗਲਾ ਸਾਹਿਬ ਦੇ ਬਾਹਰ ਬਹਿੰਦੇ ਨੇ ਲੋਕ ਮੰਗਣ ਵਾਲੇ, ਕਿੰਨੇ ਹੋਣਗੇ? 100-200 ਹੋਣਗੇ। 10 ਲੱਖ ਸਿੱਖਾਂ ਦੀ ਆਬਾਦੀ, ਵੱਡੇ ਵੱਡੇ ਧਨਾੜ ਸਿੱਖ ਨੇ,
ਕਿ 100-200 ਬੰਦੇ ਨੂੰ ਆਪਾਂ ਨੌਕਰੀ ਨਹੀਂ ਦੇ ਸਕਦੇ? ਲੈ ਜਾਓ ਇੱਕ ਦਿਨ, ਚੱਲ ਬਈ ਤੂੰ ਮੇਰੀ ਫੈਕਟਰੀ ਬਾਹਰ ਬੈਠਾ ਰਵੀਂ, ਸਵੇਰੇ ਭਿਖਾੜੀਪਨ ਖਤਮ ਹੋ ਜਾਏਗਾ। ਪਰ ਨਹੀਂ, ਫਿਰ ਕੱਲ ਆਪਾਂ 10 ਰੁਪਏ ਕਿਹਨੂੰ ਦੇਵਾਂਗੇ? ਤਕਲੀਫ ਤੇ ਇੱਥੇ ਹੈ। ਫਿਰ ਦਾਨੀ ਹੋਣ ਦਾ ਨਸ਼ਾ ਕਿਵੇਂ ਆਏਗਾ? ਚੰਗਾ ਬੰਦਾ ਤੇ 10 ਰੁਪਏ ਫੜੇਗਾ ਨਹੀਂ। ਇਸ ਭਿਖਾਰੀਪਨ ਦੇ ਵਿੱਚ ਸਾਡਾ ਦੋਸ਼ ਹੈ। ਅਸੀਂ ਇਸ ਨੂੰ ਪੈਦਾ ਕਰਦੇ ਹਾਂ, ਅਸੀਂ ਇਹਨੂੰ ਪਾਲਦੇ ਹਾਂ। ਅਸੀਂ ਅੱਜ ਚਾਹੀਏ ਇਹਨਾਂ ਗਰੀਬਾਂ ਦੀ ਜ਼ਿੰਦਗੀ ਬਦਲ ਸਕਦੀ ਹੈ। ਕਿੰਨੇ ਬੰਦੇ ਤੁਹਾਡੇ ਧਨਾੜ ਆਦਮੀਆਂ ਦੇ ਪੈਸੇ ਲੈ ਕੇ ਭੱਜ ਜਾਂਦੇ ਨੇ, ਆਪ ਉਹ ਵੀ ਤੇ ਬਰਦਾਸ਼ਤ ਕਰਦੇ, ਘਾਟੇ ਪੈ ਜਾਂਦੇ ਉਹ ਵੀ ਤੇ ਬਰਦਾਸ਼ਤ ਕਰਦੇ ਆ। ਕਿ ਇੱਕ ਬੰਦੇ ਨੂੰ ਇਹਨਾਂ ਚੋਂ ਲੰਗੜਾ ਲੂਲਾ ਕੋਈ ਨਹੀਂ ਹੈਗਾ। ਬੜੇ ਹੱਟੇ ਕੱਟੇ ਨੇ, ਇਹ ਸ਼ਾਮ ਨੂੰ ਪਊਏ ਆਦੀ ਇਹ ਪੀਂਦੇ ਨੇ। ਆ ਜਿਹੜਾ ਸਾਹਮਣੇ ਰਹਿਣ ਬਸੇਰਾ, ਮੈਂ ਖੁਦ ਸ਼ੁਰੂ ਕੀਤਾ ਸੀ। ਮੈਂ ਪ੍ਰਧਾਨ ਸਾਹਿਬ ਨੂੰ ਕਿਹਾ, ਮੈਂ ਕਿਹਾ ਜੀ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਘਰ ਦੇ ਬਾਹਰ ਇੱਕ ਗਰੀਬਾਂ ਦੀ ਕਲੋਨੀ ਹੈ, ਤੇ ਕਿਉਂ ਨਾ ਹੋਵੇ ਆਪਾਂ ਉਹਨਾਂ ਨੂੰ ਉੱਥੇ ਜਾ ਕੇ ਰੋਟੀ ਖਵਾਇਆ ਕਰੀਏ। ਕਹਿੰਦੇ ਸ਼ੁਰੂ ਕਰੋ। ਅਸੀਂ ਲੰਗਰ ਸ਼ੁਰੂ ਕਰ ਲਿਆ, ਪਰ ਮਹੀਨੇ ਤੋਂ ਪਹਿਲਾਂ ਬੰਦ ਕਰਨਾ ਪਿਆ। ਉਹ ਕਹਿੰਦੇ ਜੀ ਇੱਥੇ ਬਾਟੀ 'ਚ ਦਾਲ ਪਾਉਣੀ ਤੇ ਪਾ ਜਾਓ, ਰੋਟੀਆਂ 2 ਦੇਣੀਆਂ ਤੇ ਦੇ ਜਾਓ, ਪਰ ਖਾਵਾਂਗੇ ਘੁੱਟ ਲਾ ਕੇ। ਬੰਦ ਕਰਨਾ ਪਿਆ। ਉਹ ਚੀਜ਼ ਬੰਦ ਕਰਨੀ ਪਈ ਵੀ ਗੁਰੂ ਦਾ ਲੰਗਰ ਅਸੀਂ ਤੁਹਾਨੂੰ ਇਸ ਕੰਮ ਲਈ ਕਿਵੇਂ ਦੇ ਸਕਦੇ ਹਾਂ? ਤੁਸੀਂ ਸ਼ਰਾਬਾਂ ਪੀਓ ਔਰ ਅਸੀਂ ਤੁਹਾਨੂੰ ਗੁਰੂ ਦਾ ਲੰਗਰ ਪ੍ਰੋਵਾਈਡ ਕਰੀਏ? ਕਿਉਂ ਕਰੀਏ ਬਈ? ਪਰ ਜੇ ਆਪਾਂ ਚਾਹੀਏ ਤੇ ਆਪਾਂ ਸਭ ਕੁਝ ਕਰ ਸਕਦੇ ਹਾਂ। ਹੁਣ ਇਸ ਕਥਾ ਨੂੰ ਜਦੋਂ ਤੁਸੀਂ ਸੁਣ ਰਹੇ ਹੋ ਤੇ ਗੁਰੂ ਪਿਤਾ ਜੀ ਨੇ ਆਖਿਆ, ਭਾਈ ਕੋਈ ਸੰਤ ਆਵੇ, ਕੋਈ ਅਤਿਥੀ ਆਵੇ, ਕੋਈ ਗਰੀਬ ਆਵੇ ਤਾਂ ਉਹਦੀ ਸੇਵਾ ਕਰਨੀ ਤੁਹਾਡਾ ਧਰਮ ਹੈ। ਮੈਂ ਕੱਲ ਪਰਸੋਂ ਵੀ ਬੇਨਤੀ ਕੀਤੀ ਸੀ, ਤੁਹਾਡੀ ਗਲੀ ਵਿੱਚ ਕੁੱਤਾ ਹੈ, ਜਾਂ ਤੇ ਯਤਨ ਕਰੋ ਕਾਰਪੋਰੇਸ਼ਨ ਵਾਲਿਆਂ ਨੂੰ ਵੀ ਉਹ ਲੈ ਜਾਣ, ਜੇ ਨਹੀਂ ਤਾਂ ਭੁੱਖਾ ਨਹੀਂ ਰਹਿਣਾ ਚਾਹੀਦਾ। ਪਰ ਇਹਦਾ ਅਰਥ ਇਹ ਵੀ ਨਹੀਂ ਵੀ 5-7 ਕੁੱਤੇ ਪਾਲ ਲਓ ਤੁਸੀਂ, ਇਹਦਾ ਅਰਥ ਇਹ ਵੀ ਨਹੀਂ ਹੈ। ਉਹ ਫਿਰ ਤੁਹਾਨੂੰ ਹੀ ਵੱਢਣਗੇ, ਰੋਜ਼ ਉੱਥੇ ਹੀ ਭੌਂਕਣਗੇ, ਤੁਹਾਡਾ ਹੀ ਨੁਕਸਾਨ ਕਰਨਗੇ। ਹਾਂ, ਜਿੰਨਾ ਚਿਰ ਉਹ ਕਾਰਪੋਰੇਸ਼ਨ ਵਾਲੇ ਉਹਨੂੰ ਨਹੀਂ ਲੈ ਕੇ ਜਾਂਦੇ, ਉਹਨਾਂ ਚਿਰ ਤੁਹਾਡਾ ਇਹ ਜ਼ਰੂਰ ਫਰਜ਼ ਬਣਦਾ ਵੀ ਰੱਜੇ ਪੁੱਜੇ ਘਰਾਂ ਦੇ ਬਾਹਰ ਇੱਕ ਮਾਮੂਲੀ ਜਾਨਵਰ ਕੁੱਤਾ ਵੀ ਭੁੱਖਾ ਨਹੀਂ ਰਹਿਣਾ ਚਾਹੀਦਾ। ਤੇ ਮੈਂ ਉਦੋਂ ਵੀ ਬੇਨਤੀ ਕੀਤੀ ਸੀ ਵੀ ਜਿਨ੍ਹਾਂ ਘਰਾਂ 'ਚ ਮਾਂ ਪਿਓ ਭੁੱਖੇ ਹੋਣ, ਉਹਨਾਂ ਦੀ ਗਲੀ ਦੇ ਕੁੱਤਿਆਂ ਨੂੰ ਰੋਟੀ ਕੌਣ ਪਾਏਗਾ? ਇੱਥੇ ਤਾਂ ਲੋਕ ਆਪਣੇ ਮਾਂ ਪਿਓ ਨੂੰ ਰੋਟੀ ਦੇਣ ਲਈ ਤਿਆਰ ਨਹੀਂ। ਵੇਖੋ, ਧਰਮ ਦਾ ਘਰ ਬੜੀ ਦੂਰ ਹੈ, ਇੱਦਾਂ ਵਿਆਖਿਆ ਨਹੀਂ ਹੁੰਦੀ। ਹੁਣ ਜਿਵੇਂ ਇੱਥੇ ਕਈ ਬੰਗਲਾ ਸਾਹਿਬ ਆ ਜਾਂਦੇ ਨੇ ਘਰੋਂ ਦੁੱਧ ਲੈ ਕੇ, ਨਾ, ਇਹ ਗਲਤ ਹੈ। ਆਪਾਂ ਨੂੰ ਇਹ ਇੱਦਾਂ ਦਾ ਰਸਤਾ ਨਹੀਂ ਅਪਣਾਉਣਾ ਚਾਹੀਦਾ। ਸਾਨੂੰ ਸਾਰਿਆਂ ਨੂੰ ਯਤਨ ਕਰਨਾ ਚਾਹੀਦਾ ਹੈ ਕਿ ਇਹਨਾਂ ਜਾਨਵਰਾਂ ਵਾਸਤੇ ਵੀ ਕੋਈ ਜਗ੍ਹਾ ਬਣੇ, ਜਿਹੜੇ ਹੋਮਲੈਸ ਲੋਕ ਨੇ ਉਹਨਾਂ ਵਾਸਤੇ ਵੀ ਜਗ੍ਹਾ ਬਣੇ, ਔਰ ਉਹਨਾਂ ਦੇ ਰਹਿਣ ਦਾ, ਰੋਟੀ ਪਾਣੀ ਦਾ ਪ੍ਰਬੰਧ ਵੀ ਅਸੀਂ ਰਲ ਮਿਲ ਕੇ ਕਰੀਏ। ਕਿਉਂ ਨਹੀਂ ਕਰ ਸਕਦੇ? ਆਪਾਂ ਬਿਲਕੁਲ ਕਰ ਸਕਦੇ ਹਾਂ, ਬੜਾ ਸੌਖਾ ਕੀਤਾ ਜਾ ਸਕਦਾ। ਸਤਿਗੁਰੂ ਜੀ ਨੇ ਭਿਖਾਰੀਪਣ ਦੀ ਗੱਲ ਨਹੀਂ ਸੀ ਕੀਤੀ, ਗਰੀਬ ਦੀ, ਸੰਤ ਦੀ, ਅਤਿਥੀ ਦੀ, ਆਏ ਰਾਹਗੀਰ ਮੁਸਾਫਰ ਦੀ ਸੇਵਾ ਦੀ ਗੱਲ ਆਖੀ ਹੈ। ਹਾਂਜੀ। ਦਵੈ ਦਿਨ ਪੁਨ ਪ੍ਰਭ ਤਹਾਂ ਬਿਤਾਏ, ਗਮਨੇ ਅਪਰ ਥਾਨ ਮਨ ਪਾਏ। ਇਸ ਤੋਂ ਬਾਅਦ 2 ਦਿਨ ਗੁਰੂ ਨਾਨਕ ਸਾਹਿਬ ਐਮਨਾਬਾਦ ਹੋਰ ਰੁਕੇ, ਫਿਰ ਉੱਥੋਂ ਸਤਿਗੁਰੂ ਜੀ ਅੱਗੇ ਚੱਲੇ ਨੇ। ਹਾਂਜੀ। ਸੰਤਨ ਚੀਰ ਸਰੀਰੇ ਸਾਜੇ, ਸੁਭਾਗੋ ਸਿਤਾ ਸਿਤ ਸ਼ਮਸ ਬਿਰਾਜੇ। ਗੁਰੂ ਜੀ ਦੇ ਤੇ ਭਾਈ ਮਰਦਾਨਾ ਜੀ ਹੋਰਾਂ ਦੇ ਸਰੀਰ ਦੇ ਉੱਤੇ ਸੰਤਾਂ ਵਾਲੇ ਲਿਬਾਸ ਨੇ, ਚੋਲੇ ਨੇ, ਐਸਾ ਪਹਿਰਾਵਾ ਹੈ। ਸੁਭਾਗ ਸਿਤਾ ਸਿਤ ਸ਼ਮਸ ਬਿਰਾਜੇ। ਇਹ ਉਹ ਉਮਰ ਹੈ ਗੁਰੂ ਨਾਨਕ ਸਾਹਿਬ ਦੀ ਜਿਹਦੇ ਵਿੱਚ ਕੁਝ ਦਾੜੀ ਚਿੱਟੀ ਹੈ ਤੇ ਕੁਝ ਦਾੜੇ ਦੇ ਕੇਸ ਜਿਹੜੇ ਨੇ ਉਹ ਕਾਲੇ ਨੇ। ਸਿਤਾ ਸਿਤ, ਦਾੜੇ ਦਾ ਜਿਹੜਾ ਰੰਗ ਹੈ ਉਹ ਚਿੱਟਾ ਤੇ ਕਾਲਾ ਮਿਲਵਾ ਹੈ। ਇਸ ਤਰ੍ਹਾਂ ਦਾ ਸਤਿਗੁਰੂ ਜੀ ਦਾ ਉਮਰ ਦਾ ਉੱਥੇ ਕਵੀ ਜੀ ਨੇ ਇੱਕ ਰੂਪ ਦੱਸਿਆ ਕਿ ਕਿੰਨੀ ਕੁ ਉਮਰ ਦੇ ਸਤਿਗੁਰੂ ਜੀ ਹੋਣਗੇ। ਹਾਂਜੀ। तीन लोक को करता जो, बेख फकीरी विचरत सो। पर दुनिया दे लोको 3 लोकां दा करता है, 3 लोकां दा हरता है, 3 लोकां दा भरता है। गुरु नानक की होया जे वो फकीरी बेस विच फिर रहा है तां?
ਮੰਦ ਮੰਦ ਮਗ ਬਿਖੈ ਸੁਹਾਏ, ਸਸੁਰੇ ਨਗਰ ਨਿਕਟ ਚੱਲ ਆਏ। ਐਮਨਾਬਾਦ ਤੋਂ ਚੱਲੇ ਸਤਿਗੁਰੂ, ਤੇ ਜਿੱਥੇ ਉਹ ਸਤਿਗੁਰੂ ਜੀ ਦਾ ਸਹੁਰਾ ਨਗਰ ਸੀ, ਜਿੱਥੇ ਸਤਿਗੁਰੂ ਜੀ ਦਾ ਵਿਆਹ ਹੋਇਆ ਸੀ, ਜਿੱਥੇ ਸਹੁਰਾ ਪਰਿਵਾਰ ਰਹਿੰਦਾ ਸੀ, ਸਤਿਗੁਰੂ ਉੱਥੇ ਆ ਗਏ। ਹਾਂਜੀ। ਵਹਿਰ ਅਜਿੱਤੇ ਕੂਪ ਸੁਹਾਇਆ, ਹੋਤੇ ਸਗਨ ਸੁੰਦਰ ਤਹਿ ਛਾਇਆ। ਇੱਥੇ ਨਗਰੀ ਦੇ ਬਾਹਰ ਇਸ ਨਗਰੀ ਦਾ ਜਿਹੜਾ ਚੌਧਰੀ ਹੈ ਉਹਦਾ ਨਾਂ ਹੈ ਅਜਿੱਤਾ। ਅਜਿੱਤਾ ਜਿਹੜਾ ਇਹ ਨੇਮ ਹੈ, ਉਹਦਾ ਖੂਹ ਹੈ, ਉਹਦੀ ਜ਼ਮੀਨ ਹੈ। ਸਤਿਗੁਰੂ ਉਹਦੇ ਖੂਹ ਦੇ ਉੱਤੇ ਆ ਕੇ ਟਿਕ ਗਏ। ਉੱਥੇ ਆ ਕੇ ਸਤਿਗੁਰੂ ਜੀ ਨੇ ਆਪਣਾ ਆਸਣ ਕੀਤਾ ਹੈ। ਹਾਂਜੀ। ਦੇਖ ਥਾਨ ਰਮਣੀਕ ਗੁਸਾਈ, ਬੈਠ ਗਏ ਹਮ ਸੋ ਬਿਗਸਾਈ। ਸਤਿਗੁਰੂ ਜੀ ਸੰਘਣੀ ਥਾਂ, ਛਾਂ ਵੇਖ ਕੇ, ਥਾਂ ਵੇਖ ਕੇ ਸੋਹਣੀ, ਉੱਥੇ ਰੁਕ ਗਏ। ਦੇਖ ਥਾਨ ਰਮਨੀਕ ਗੁਸਾਈ, ਬੈਠ ਗਏ ਹਮ ਸੋ ਬਿਗਸਾਈ। ਨਾਲੇ ਸਤਿਗੁਰੂ ਜੀ ਆਪਣੇ ਸੇਵਕਾਂ ਦੇ ਨਾਲ ਕੁਝ ਬਚਨ ਕਰਦੇ ਹੋਏ ਮੁਸਕਰਾਉਂਦੇ ਨੇ। ਹਾਂਜੀ। ਸੈਲ ਵਿਸਾਲ ਕੀਨ ਸਭ ਦੇਸ਼ਾ, ਹੋਤੇ ਨਿਦੇਸ਼ ਐਸ ਜਗਤੇਸ਼ਾ। ਸਤਿਗੁਰੂ ਕਹਿਣ ਲੱਗੇ, ਮਰਦਾਨਿਆਂ ਬੜੀ ਦੇਸ਼ਾਂ ਵਿਦੇਸ਼ਾਂ ਦੀ ਸੈਰ ਕੀਤੀ ਹੈ। ਇਹ ਉਸ ਕਰਤਾਰ ਦਾ ਹੁਕਮ ਸੀ। ਸੰਸਾਰ ਦਾ ਭਰਮਣ ਕਰਨਾ ਇਹ ਵੀ ਉਹਦੀ ਆਗਿਆ ਸੀ, ਉਹਦਾ ਆਦੇਸ਼ ਸੀ। ਹਾਂਜੀ। ਕਿਤਕ ਕਾਲ ਅਬ ਬੈਸ ਬਿਤਾਵੋ, ਨਗਰ ਆਨੰਦ ਪ੍ਰਭੂ ਗੁਣ ਗਾਵੋ। ਹੁਣ ਕੁਝ ਸਮਾਂ ਬੈਠ ਕੇ ਗੁਜ਼ਾਰਾਂਗੇ ਮਰਦਾਨੇ ਆਪਾਂ, ਇੱਕ ਜਗ੍ਹਾ ਬੈਠ ਕੇ ਪਰਮੇਸ਼ਰ ਦੀ ਭਗਤੀ ਬੰਦਗੀ ਕਰਾਂਗੇ ਆਪਾਂ। ਹਾਂਜੀ। ਮਾਨੁਖ ਏਕ ਬਿਲੋਕਤ ਦੌਰਾ, ਸੁਧ ਕੇ ਨੇ ਮੂਲਾ ਤਿਸ ਠੌਰਾ। ਇਤਨੇ ਨੂੰ ਕਿਸੇ ਨੇ ਜਾ ਕੇ ਭਾਈ ਮੂਲੇ ਨੂੰ, ਗੁਰੂ ਨਾਨਕ ਸਾਹਿਬ ਦੇ ਜਿਹੜੇ ਸਸੁਰ ਨੇ, ਸਹੁਰਾ ਸਾਹਿਬ ਨੇ, ਉਹਨਾਂ ਨੂੰ ਜਾ ਕੇ ਕਿਸੇ ਨੇ ਖਬਰ ਦੇ ਦਿੱਤੀ ਕਿ ਤੁਹਾਡਾ ਜਮਾਤਾ ਜਿਹੜਾ ਹੈ, ਤੁਹਾਡਾ ਦਮਾਦ ਜਿਹੜਾ ਹੈ, ਤੁਹਾਡਾ ਜਵਾਈ ਨਾਨਕ ਜਿਹੜਾ ਹੈ, ਉਹ ਅਜਿੱਤੇ ਚੌਧਰੀ ਦੇ ਖੂਹ ਤੇ ਬੈਠਾ ਹੈ। ਹਾਂਜੀ। ਵਹਿਰ ਜਮਾਤਾ ਆਇਓ ਤੇਰੋ, ਨਿਕਸੈ ਜਿਹ ਪਾਕਾਲ ਕਨੇਰੋ। ਕਹਿੰਦੇ ਨੇ ਬਾਹਰ ਭਾਈ ਅਜਿੱਤੇ ਚੌਧਰੀ ਦੇ ਖੂਹ ਤੇ ਗੁਰੂ ਨਾਨਕ ਸਾਹਿਬ ਬੈਠੇ ਨੇ, ਨਿਕਸੇ ਜੇ ਪਾਕਾਲ ਕਨੇਰੋ। ਕਹਿੰਦੇ ਉਸ ਸਮੇਂ ਬਹੁਤ ਸਮਾਂ ਜਿਹੜਾ ਉਹਨਾਂ ਨੂੰ ਉੱਥੇ ਆਇਆਂ ਨੂੰ, ਬੈਠਿਆਂ ਨੂੰ ਬਤੀਤ ਹੋਇਆ ਹੈ। ਹਾਂਜੀ। ਸੁਣ ਸੁਧ ਸੁਣ ਕੇ ਤੂਰਨ ਉਠ ਤਾਇਓ, ਸੰਗ ਅਜਿੱਤੈ ਕੋ ਲੈ ਆਇਓ। ਸ਼੍ਰੀ ਮੂਲ ਚੰਦ ਜੀ ਉਸੇ ਵੇਲੇ ਤੁਰੇ ਤੇ ਉਹਨਾਂ ਨੇ ਆਪਣੇ ਨਗਰੀ ਦਾ ਜਿਹੜਾ ਚੌਧਰੀ, ਕਿਉਂਕਿ ਮੂਲ ਚੰਦ ਜੀ ਵੀ ਪਟਵਾਰੀ ਸੀ, ਜਿਵੇਂ ਮਹਿਤਾ ਕਾਲੂ ਜੀ ਪਟਵਾਰੀ ਨੇ, ਮੂਲ ਚੰਦ ਜੀ ਵੀ ਪਟਵਾਰੀ ਨੇ। ਫਰਕ ਇੰਨਾ ਹੈ ਕਿ ਮਹਿਤਾ ਕਾਲੂ ਜੀ ਚੌਧਰੀ ਰਾਏ ਬਲਾਰ ਦੇ ਪਟਵਾਰੀ ਨੇ, ਤੇ ਇਹ ਜਿਹੜੇ ਸ਼੍ਰੀ ਮੂਲ ਚੰਦ ਨੇ ਇਹ ਰੰਧਾਵਿਆਂ ਦੇ ਪਟਵਾਰੀ ਨੇ, ਜਿਨ੍ਹਾਂ ਦਾ ਉਸ ਵਕਤ ਜਿਹੜਾ ਮੁਖੀਆ ਹੈ ਉਹ ਅਜਿੱਤ ਹੈ। ਸ਼੍ਰੀ ਮੂਲ ਚੰਦ ਜੀ ਆਪਣੇ ਚੌਧਰੀ ਦੇ ਘਰ ਗਏ, ਅਜਿੱਤੇ ਦੇ, ਉਹਨੂੰ ਬੇਨਤੀ ਕੀਤੀ ਤੁਸੀਂ ਮੇਰੇ ਨਾਲ ਚੱਲੋ। ਅਜਿੱਤੇ ਨੂੰ, ਚੌਧਰੀ ਨੂੰ ਨਾਲ ਲੈ ਕੇ ਸ਼੍ਰੀ ਮੂਲ ਚੰਦ ਗੁਰੂ ਨਾਨਕ ਸਾਹਿਬ ਜੀ ਕੋਲ ਆਉਂਦੇ ਨੇ। ਹਾਂਜੀ। ਕਬ ਕੋ ਰਹਿਓ ਕ੍ਰੋਧ ਔਰ ਪੂਰੀ, ਦੇਖ ਫਕੀਰੀ ਦੇਖਿਓ ਦੂਰੀ। ਕ੍ਰੋਧ ਮਨ ਵਿੱਚ ਪਹਿਲਾਂ ਹੀ ਬਹੁਤ ਸੀ, ਗੁੱਸਾ ਬਹੁਤ ਸੀ, ਕਿਉਂਕਿ ਜਿਹੜੀ ਮਾਤਾ ਸੁਲੱਖਣੀ ਹੈ ਉਹ ਆਪਣੇ ਪੇਕੇ ਘਰ ਰਹਿੰਦੀ ਸੀ। ਸਾਹਿਬਜ਼ਾਦਾ ਲਖਮੀ ਦਾਸ ਵੀ ਇੱਥੇ ਰਹਿੰਦੇ ਸੀ। ਹੁਣ ਜੀਜੇ ਜੈ ਰਾਮ ਜੀ ਦੀ ਮੌਤ ਤੋਂ ਬਾਅਦ ਬਾਬਾ ਸ਼੍ਰੀ ਚੰਦ ਜੀ ਵੀ ਇੱਥੇ ਆ ਗਏ ਸਨ, ਉਹ ਵੀ ਹੁਣ ਨਾਨਕੇ ਪਿੰਡ ਹੀ ਰਹਿੰਦੇ ਸੀ। ਮੂਲ ਚੰਦ ਜੀ ਆਏ ਨੇ, ਗੁੱਸੇ ਵਿੱਚ ਭਰੇ ਨੇ। ਦੂਰੋਂ ਹੀ ਵੇਖਿਆ ਗੁਰੂ ਨਾਨਕ ਸਾਹਿਬ ਨੂੰ ਕਿ ਉਹ ਹੀ ਨੇ, ਪਛਾਣ ਲਿਆ, ਖੂਹ ਤੇ ਬੈਠੇ ਨੇ। ਹਾਂਜੀ। ਅਦਕ ਕ੍ਰੋਧ ਹਿਰਦੈ ਮੈਂ ਹੋਵਾ, ਗਇਓ ਸਮੀਪ ਠਾਂਡ ਹਵੈ ਜੋਵਾ। ਅੰਦਰ ਕ੍ਰੋਧ ਸੀ ਤੇ ਗੁਰੂ ਨਾਨਕ ਸਾਹਿਬ ਦੇ ਕੋਲ ਜਾ ਕੇ ਕੋਈ
ਮਿਲਣ ਵਾਲੇ ਸ਼ਬਦ ਨਹੀਂ ਬੋਲੇ, ਜਿਹਨੂੰ ਆਪਾਂ ਅੱਜ ਦੇ ਸ਼ਬਦਾਂ 'ਚ ਕਹਿੰਦੇ ਆ ਕਿ ਕੋਈ ਪਿਆਰ ਜਾਂ ਕੋਈ ਸਤਿ ਸ਼੍ਰੀ ਅਕਾਲ ਜਾਂ ਕੋਈ ਫਤਿਹ ਜਾਂ ਕੋਈ ਰਾਮ ਰਾਮ ਜਾਂ ਕੋਈ ਦੁਆ ਸਲਾਮ, ਕੁਝ ਨਹੀਂ। ਜਾ ਕੇ ਖਲੋ ਗਏ। ਹੁਣ ਗੁੱਸੇ ਵਾਲੇ ਆਦਮੀ ਦਾ ਇੱਕ ਰੂਪ ਹੈ, ਜਦੋਂ ਤੁਸੀਂ ਕਿਸੇ ਨਾਲ ਗੁੱਸੇ ਹੋਵੋਗੇ ਤਾਂ ਜਾ ਕੇ ਉਹਨੂੰ ਵਿਸ਼ ਨਹੀਂ ਕਰੋਗੇ, ਤੁਸੀਂ ਆਕੜ ਦੇ ਵਿੱਚ ਜਾ ਕੇ ਕੋਲ ਖਲੋ ਜਾਓਗੇ। ਉਹੀ ਕੰਮ ਸ਼੍ਰੀ ਮੂਲ ਚੰਦ ਜੀ ਨੇ ਕੀਤਾ। ਹਾਂਜੀ। ਬਹੁ ਕਠੋਰ ਮੁਖ ਬਚਨ ਅਲਾਵਾ, ਛਾਤੀ ਦਾਹ ਕਰਨ ਤੁਮ ਆਵਾ। ਤੇ ਪਹਿਲਾ ਸ਼ਬਦ ਇਹ ਬੋਲਿਆ ਵੀ ਨਾਨਕ ਹੁਣ ਮੇਰੀ ਛਾਤੀ ਸਾੜਨ ਆਇਆ। ਪਹਿਲਾਂ ਹੀ ਬਹੁਤ ਕੁਝ ਕੀਤਾ ਤੂੰ, ਕਿਉਂ ਆਇਆ? ਇੰਨੇ ਸਾਲਾਂ ਬਾਅਦ ਆਇਆ। ਕੀ ਤੂੰ ਮੇਰੇ ਅੰਦਰ ਕੋਈ ਅੱਗ ਬਾਲਣ ਵਾਸਤੇ ਆਇਆ? ਮੇਰੇ ਅੰਦਰ ਦੇ ਦੁੱਖ ਨੂੰ ਭਾਂਬੜ ਬਣਾਉਣ ਵਾਸਤੇ ਆਇਆ? ਹਾਂਜੀ। ਪਿਖੇ ਸਹੋਦਰ ਜਬ ਇਸ ਚਾਲਾ, ਪੀੜਾ ਵਿਆਪੈ ਮੁਝੇ ਵਿਸਾਲਾ। ਜਦੋਂ ਮੇਰੇ ਭੈਣ ਭਰਾ ਵੇਖਦੇ ਨੇ ਕਿ ਮੂਲ ਚੰਦ ਦੀ ਧੀ ਉਹਦੇ ਘਰ ਬੈਠੀ ਹੈ, ਕਹਿੰਦਾ ਮੈਨੂੰ ਬੜੀ ਪੀੜਾ ਹੁੰਦੀ ਹੈ, ਮੈਨੂੰ ਬੜਾ ਦੁੱਖ ਹੁੰਦਾ ਹੈ। ਹਾਂਜੀ। ਨਿਜ ਇਸਤਰੀ ਤਜ ਕਰ ਸੁਤ ਦੋ, ਨਹੀਂ ਆਏ ਸੁਧ ਲੀਨੀ ਕੋ। ਦੋ ਪੁੱਤਰ ਤੇ ਇੱਕ ਇਸਤਰੀ, ਤਿੰਨਾਂ ਨੂੰ ਇੱਥੇ ਮੇਰੇ ਕੋਲ ਛੱਡ ਕੇ ਤੇ ਇੰਨੇ ਸਾਲ ਬੀਤ ਗਏ ਤੇ ਤੂੰ ਮੁੜ ਕੇ ਖਬਰ ਹੀ ਕੋਈ ਨਹੀਂ ਲਈ ਵੀ ਜਿਉਂਦੇ ਨੇ ਕਿ ਨਹੀਂ ਜਿਉਂਦੇ। ਹਾਂਜੀ। ਸ਼੍ਰੀ ਚੰਦ ਜੈ ਰਾਮ ਘਰ, ਕੀਨੇ ਆਨੰਦ ਬਿਲਾਸ। ਸ਼੍ਰੀ ਚੰਦ ਮਾਤਾ ਬੇਬੇ ਨਾਨਕੀ ਜੀ ਕੋਲ ਰਹਿੰਦੇ ਸਨ। ਜਦੋਂ ਮਾਤਾ ਸੁਲੱਖਣੀ ਪੇਕੇ ਨੂੰ ਤੁਰੀ ਹੈ ਨਾ, ਤਾਂ ਬੇਬੇ ਨਾਨਕੀ ਨੇ ਆਖਿਆ ਸੀ ਵੀ ਭਰਜਾਈ ਇੱਕ ਬੱਚਾ ਮੈਨੂੰ ਦੇ ਜਾ। ਸ਼੍ਰੀ ਚੰਦ ਸੁਲਤਾਨਪੁਰ ਰਹੇ, ਲਖਮੀ ਦਾਸ ਨਾਨਕੇ ਰਹੇ। ਸ਼੍ਰੀ ਚੰਦ ਜਿਹੜੇ ਨੇ, ਸ਼੍ਰੀ ਚੰਦ ਜੈ ਰਾਮ ਘਰ ਕੀਨੇ ਆਨੰਦ ਬਿਲਾਸ, ਲੰਬਾ ਸਮਾਂ ਉਹ ਆਪਣੀ ਭੂਆ ਕੋਲ ਰਹੇ। ਹਾਂਜੀ। ਜਬ ਕੋ ਤਿਨ ਪਰ ਲੋਕ ਭਾ, ਆਇਓ ਮੋਰ ਆਵਾਸ। ਜਦੋਂ ਦੋਵਾਂ ਦਾ ਪਰਲੋਕ ਗਮਨ ਹੋ ਗਿਆ ਤੇ ਮੂਲ ਚੰਦ ਜੀ ਕਹਿਣ ਲੱਗੇ ਵੀ ਉਦੋਂ ਦਾ ਇਹ ਵੱਡਾ ਦੋਤਰਾ ਜਿਹੜਾ ਮੇਰਾ ਸ਼੍ਰੀ ਚੰਦ, ਇਹ ਵੀ ਮੇਰੇ ਕੋਲ ਆ ਕੇ ਰਹਿਣ ਲੱਗ ਪਿਆ। ਹਾਂਜੀ। ਸਭ ਕੀ ਮੈਂ ਪ੍ਰਤਪਾਰਨ ਕੀਨੀ, ਨਹੀਂ ਆਏ ਇਨ ਕਬ ਸੁਧ ਲੀਨੀ। ਮੈਂ ਉਹਨਾਂ ਦੀ ਪ੍ਰਤਪਾਲਣਾ ਕੀਤੀ ਹੈ। ਅਜਿੱਤੇ ਨੂੰ ਕਹਿੰਦਾ ਹੈ, ਚੌਧਰੀ ਨੂੰ, ਕਿ ਪੁੱਛੋ ਇਹਨੂੰ, ਇਹ ਮੇਰਾ ਜਵਾਈ ਹੈ, ਕਿ ਕੀ ਇਹਨੇ ਕਦੇ ਆ ਕੇ ਆਪਣੇ ਪਰਿਵਾਰ ਦੀ ਬੱਚਿਆਂ ਦੀ ਖਬਰ ਲਈ ਹੈ? ਹਾਂਜੀ। ਹੋ ਨ ਹੋ ਤੋ ਫਕੀਰ ਜੇ ਐਸੇ, ਨਿਜ ਪਰਿਵਾਰ ਸਹਿਰਿਓ ਕੈਸੇ। ਜੇ ਇਹਨੇ ਫਕੀਰ ਹੀ ਬਣਨਾ ਸੀ ਤੇ ਫਿਰ ਇਹਨੂੰ ਸ਼ਾਦੀ ਕਰਨੀ ਨਹੀਂ ਸੀ ਚਾਹੀਦੀ, ਪਰਿਵਾਰ ਬਣਾਉਣਾ ਹੀ ਨਹੀਂ ਸੀ ਚਾਹੀਦਾ। ਹਾਂਜੀ। ਸ਼੍ਰੀ ਨਾਨਕ ਸੁਣ ਤੇ ਸਭ ਰਹੇ, ਕੋ ਵਾਕ ਨ ਮੁਖ ਤੇ ਕਹੈ। ਪਰ ਸਤਿਗੁਰੂ ਜੀ ਨੇ ਕੋਈ ਉੱਤਰ ਨਹੀਂ ਦਿੱਤਾ, ਕੋਈ ਜਵਾਬ ਨਹੀਂ ਦਿੱਤਾ। ਵੇਖੋ, ਇਹ ਕਦੇ ਐਸੀ ਕਥਾ ਤੁਹਾਨੂੰ ਦੁਨੀਆ 'ਚ ਕਿਤੇ ਮਿਲੇਗੀ? ਦੀਨ ਦੁਨੀਆ ਦਾ ਪਾਤਸ਼ਾਹ ਹੈ, ਸਹੁਰੇ ਨੇ, ਵੱਡੀ ਥਾਂ ਤੇ ਨੇ, ਬੋਲ ਦਿੱਤਾ ਹੈ, ਕੋਈ ਗੱਲ ਨਹੀਂ, ਸੁਣ ਲਿਆ, ਕੋਈ ਜਵਾਬ ਨਹੀਂ ਦਿੱਤਾ। ਹਾਂਜੀ। ਤਬੈ ਅਜਿੱਤੇ ਨੇ ਸਮਝਾਇਓ, ਕਹਿਨ ਕਠੋਰ ਨ ਤੁਮ ਬਣ ਆਇਓ। ਪਰ ਅਜਿੱਤੇ ਚੌਧਰੀ ਨੇ ਕਿਹਾ, ਮੂਲ ਚੰਦ, ਲੱਖ ਗੱਲਾਂ ਹੋਣ ਪਰ ਇਦਾਂ ਦੇ ਸ਼ਬਦ ਥੋੜਾ ਬੋਲੇਗਾ ਤੂੰ। ਜੇ ਮਾਤਾ ਹੈ, ਦਮਾਦ ਹੈ, ਕਿਸੇ ਜਵਾਈ ਭਾਈ ਨੂੰ ਇਦਾਂ ਨਹੀਂ ਬੋਲੀਦਾ। ਇਦਾਂ ਕੌੜੇ ਫਿੱਕੇ ਸ਼ਬਦ ਇਹ ਤੇਰੇ ਯੋਗ ਨਹੀਂ। ਅਜਿੱਤੇ ਨੇ ਸ਼੍ਰੀ ਮੂਲ ਚੰਦ ਜੀ ਨੂੰ ਰੋਕਿਆ। ਹਾਂਜੀ। ਇਸ ਬੇਦ ਕਹਿ ਨਿਜ ਸਦਨ ਸਿਧਾਇਓ, ਬਹੁ ਉੱਤਮ ਭੋਜਨ ਬਣਵਾਇਓ। ਇਉਂ ਕਹਿ ਕੇ ਸ਼੍ਰੀ ਮੂਲ ਚੰਦ ਘਰ ਚਲੇ ਗਏ। ਹੁਣ ਉਹਨਾਂ ਨੇ ਜਾ ਕੇ ਦੂਜਾ ਪੱਖ ਲਿਆ ਕਿ ਚਲੋ ਜਵਾਈ ਹੈ, ਮੈਂ ਇਹਦੇ ਵਾਸਤੇ ਲੰਗਰ ਭੋਜਨ ਤਿਆਰ ਕਰਾਂ। ਹਾਂਜੀ। ਚਾਰ ਚੀਰ ਲੈ ਕਰ ਨਿਜ ਹਾਥਾ,
ਗਮਨੇ ਬਹੁਰ ਨਿਕਟ ਜਗਨਾਥਾ। ਫਿਰ ਸੋਹਣੇ ਬਸਤਰ ਵੀ ਲੈ, ਤੇ ਹੁਣ ਮੂਲ ਚੰਦ ਫਿਰ ਆ ਗਿਆ। ਪਹਿਲਾਂ ਬੋਲ ਬਾਲ ਕੇ ਚਲਾ ਗਿਆ, ਤੇ ਹੁਣ ਫਿਰ ਵਾਪਸ ਆਇਆ, ਤੇ ਕੀ ਕਹਿੰਦਾ ਹੈ? ਕਹਿੰਦਾ ਆ ਮੈਂ ਭੋਜਨ ਲੈ ਕੇ ਆਇਆ, ਖਾਓ। ਆ ਸੋਹਣੇ ਕੱਪੜੇ ਲੈ ਕੇ ਆਇਆ, ਪਾਓ। ਅੱਗੋਂ ਆਪਣਾ ਘਰ ਸੰਭਾਲੋ। ਅੱਜ ਸਮਾਂ ਸਮਾਪਤ ਹੈ। ਸਤਿਗੁਰੂ ਕਿਰਪਾ ਕਰਨ। ਅਗਲੀ ਕਥਾ ਆਪਾਂ ਕੱਲ ਗੁਰੂ ਕੀ ਗੋਦ ਵਿੱਚ ਬੈਠ ਕੇ ਸੁਣੀਏ। ਅੱਜ ਕੜਾ ਪ੍ਰਸ਼ਾਦ ਸੇਵਕ ਜਥੇ ਵੱਲੋਂ ਪ੍ਰੋਗਰਾਮ ਹੋ ਰਿਹਾ ਹੈ। ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਗੁਰਪੁਰਬ ਆਪਾਂ ਬਹੁਤ ਸ਼ਰਧਾ ਸਤਿਕਾਰ ਦੇ ਨਾਲ ਮਨਾਇਆ ਹੈ। ਅਜੇ ਮਨਾ ਰਹੇ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬ ਸਰਦਾਰ ਦਲਜੀਤ ਸਿੰਘ ਜੀ ਸਰਨਾ। ਉਹਨਾਂ ਦੇ ਕੋਲ ਸਟੇਜ ਦੀ ਸੇਵਾ ਹੈ। ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਸਮਾਂ ਵੰਡ ਕਰਦਿਆਂ ਮੈਨੂੰ ਵੀ ਹੁਕਮ ਕੀਤਾ, ਔਰ ਅਗਲਾ ਵੀ ਜੋ ਪ੍ਰੋਗਰਾਮ ਹੈ ਉਹਦੀ ਸਮਾਂ ਵੰਡ